गुरु साहब की बख्शी हुई फतेह दी संगत जी आओ सांझ पाइए। वाहिगुरू जी का खालसा वाहिगुरू जी की फतेह। साडे सब तो मुकद्दस स्थान ते दरबार साहब श्री अमृतसर साहब किसी पापी रूह ने निरादर करने की कोशिश की। गुरु साहब की जंगला टप्पिया, जंगला टप के रमाला साहब तक पहुंचया, उतों तक जाके पैर रखते ते मौके ते जिहड़े सेवादार सी संगतां ने उन्होंने काबू कर लिया। काबू करन तो बाद उहदा सौदा भी लाता। हुण असी इस गल नूं थोड़ा जा किसी रोह च आके, क्योंकि साडे प्यो दी पग नूं हथ कोई पावे ते साडे च इन्नी कि तां गैरत बची आ जो साडी रवायत आ। जदों भाई बिधि चंद इतिहास की गल करते हैं, जदों गुरु साहब से किसी ने उंगल उठाई सी तो भाई बिधि चंद ने टोटे करके उन्होंने नहर च सिड़ता सी, दरिया च सिड़ता सी। सो सानू जो हुक्म होया होया ना, सब सिखण को हुक्म है गुरु मान्यो ग्रंथ। गुरु ग्रंथ जी मान्यो प्रगट गुरां की दे। ये कोई सिंबॉलिक गल नहीं है भी कोई किताब आ ते असीं उत्थे मत्था टेकदे हां ते किताब वांगू जिवें अजकल दी सियाणप आ ना, जिहड़े जिन्हां दे सियाणप दे खंभ लगे हुंदे आ मॉडर्न एजुकेशन वाले बंदे, वो कहते हैं भी यार ये सिंबॉलिक आ तुहाडे लई, साडे लई तां प्रगट गुरां की दे आ। हुण साडी जे प्रगट गुरां की दे आ ते तुसीं साडे सतगुर ते साडे गुरु ते फिदाइन हमले करते हो। देखो तुसीं पहलां तख्त साहब श्री आनंदपुर साहब यही गल हुई, किसी ने बीड़ी पी के धुआं भी सिटिया ते बीड़ी भी सिटी उत्थे। जे किते उत्थे ये तो 6 साल हो गए लगातार ये हमले हो रहे आ। असीं इंसाफ भी लैण दी कोशिश की पर कोई इंसाफ मिलिया, कोई इंसाफ नहीं मिलिया। सो अज खालसे ने आप इंसाफ ले लिया और इन्हां नूं ये गल दस दईए भी ये इसे तरह ही होऊगा हुण जे साडे गुरु ते हमले करोगे। सत श्री अकाल। अच्छा ਇਹਦੇ ਚ ਇੱਕ ਗੱਲ ਹੋਰ ਵੀ ਆ ਵੀ ਜੇ ਕੋਈ ਮੰਦਿਰ ਤੇ ਹਮਲਾ ਕਰਦਾ ਹੈ ਜਾ ਕੇ ਉਹਨਾਂ ਦੇ ਪਵਿੱਤਰ ਸਥਾਨ ਤੇ, ਅਸੀਂ ਉਹਦੇ ਪ੍ਰਤੀ ਵੀ ਇਕੁਅਲੀ ਸੈਂਸਿਟਿਵ ਆ। ਕਿਸੇ ਦੇ ਵੀ ਮੁਕੱਦਸ ਸਥਾਨ ਤੇ ਕੋਈ ਇਸ ਤਰ੍ਹਾਂ ਦੇ ਹਮਲੇ ਕਰੂਗਾ, ਫਦਾਇਨ ਹਮਲੇ ਕਰੂਗਾ, ਇਹ ਕਿਸ ਤਰ੍ਹਾਂ ਅਸੀਂ ਸਹਿ ਸਕਦੇ ਹਾਂ? ਨਹੀਂ ਸਹਿ ਸਕਦੇ, ਕਿਉਂਕਿ ਜਿਹੜੀ ਅਧਿਆਤਮਕ ਦੀ ਇੱਕ ਪਰਿਭਾਸ਼ਾ ਅਧਿਆਤਮ ਦੀ, ਜਿੱਥੋਂ ਜਿਹਦੀ ਕਿੱਥੇ ਆਸਥਾ ਜੁੜੀ ਹੋਈ ਆ, ਜਿੱਥੇ ਅਜ਼ਮਤ ਜੁੜੀ ਆ, ਉਹਨੂੰ ਉਹਦੇ 'ਚ ਵਿਸ਼ਵਾਸ ਰੱਖਣ ਵਾਲੀ ਕੌਮ ਉਹ ਨਹੀਂ ਸਹਿ ਸਕਦੀ। ਸੋ ਜਿਹੜੇ ਹੁਣ ਮਨੁੱਖੀ ਅਧਿਕਾਰਾਂ ਦਾ ਰੋਣਾ ਰੋਣਗੇ ਨਾ, ਉਹਨਾਂ ਨੂੰ ਕਹਿ ਲਓ ਵੀ ਤੁਸੀਂ ਆਪਦੇ ਵੱਡੇ ਵੱਡੇ ਸ਼ਬਦ ਨਹੀਂ ਵਰਤਦੇ, ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਗਈ ਜੀ, ਤੁਸੀਂ ਉਹ ਬੇਅਦਬੀ ਉਹਨੇ ਕੀਤੀ ਤਾਂ ਨਹੀਂ ਸੀ, ਵੀ ਤੁਸੀਂ ਇੰਨੀ ਸਾਡੇ 'ਚ ਗੈਰਤ ਮੌਜੂਦ ਆ, ਤੁਸੀਂ ਸਾਨੂੰ ਪਾਪੀ ਕਹਿਣਾ, ਪਾਪੀ ਕਹਿ ਲਓ। ਆਪਦੇ ਮਨੁੱਖੀ ਅਧਿਕਾਰਾਂ ਦਾ ਤੁਸੀਂ ਰੋਣਾ ਰੋਣਾ ਉਹ ਰੋ ਲਓ, ਪਰ ਸਾਡੇ 'ਚ ਗੈਰਤ ਬਚੀ ਆ। ਤੇ ਜਿਹੜੇ ਇਹ ਜਾਣਨਾ ਚਾਹੁੰਦੇ ਆ ਵੀ ਸਿੱਖਾਂ 'ਚ ਗੈਰਤ ਹੈਗੀ ਆ ਕਿ ਨਹੀਂ, ਸਿੱਖਾਂ 'ਚ ਕਿਰਦਾਰ ਬਚੇ ਆ ਕਿ ਨਹੀਂ, ਆ ਦੇਖ ਲਓ ਤੁਹਾਡੇ ਆ ਖੜਾ ਖਾਲਸਾ ਤੇ ਉਸ ਸੌਦਾ ਲਾਉਣ ਵਾਲੇ ਸਿੰਘਾਂ ਤੇ ਸਾਨੂੰ ਮਾਣ ਆ, ਸਾਰੀ ਕੌਮ ਉਹਨਾਂ ਦੇ ਨਾਲ ਖੜੀ ਆ। ਸੋ ਸਤਿ ਸ੍ਰੀ ਅਕਾਲ। ਸੋ ਇਹਨਾਂ ਘਟਨਾਵਾਂ ਨੂੰ ਅਸੀਂ ਕਿਸੇ ਰੋਹ ਚ ਆ ਕੇ ਕੋਈ ਹੋਰ ਰੂਪ ਦਈਏ ਜਾਂ ਕਿਸੇ ਨੂੰ ਅਸੀਂ ਕੌਮ ਦੇ ਤੌਰ ਤੇ ਇਹ ਗੱਲ ਲਿਜਾਣਾ ਚਾਹੁੰਦੇ ਆ ਵੀ ਅਸੀਂ ਕਿਸੇ ਨੂੰ ਪ੍ਰਵੋਕ ਨਹੀਂ ਕਰ ਰਹੇ, ਪ੍ਰਵੋਕ ਸਾਨੂੰ ਕੀਤਾ ਜਾ ਰਿਹਾ। ਅਸੀਂ ਕਿਸੇ ਵਾਇਲੈਂਸ ਨੂੰ ਕਿਸੇ ਤਰ੍ਹਾਂ ਵੀ ਪ੍ਰਮੋਟ ਨਹੀਂ ਕਰ ਰਹੇ, ਪਰ ਸਾਡੇ ਤੇ ਵਾਇਲੈਂਸ ਕੀਤੀ ਜਾ ਰਹੀ ਹੈ। ਅਸੀਂ ਕਿਸੇ ਤੇ ਹਮਲਾ ਨਹੀਂ ਕਰ ਰਹੇ, ਸਾਡੇ ਤੇ ਹਮਲੇ ਕੀਤੇ ਜਾ ਰਹੇ। ਹੁਣ ਦਰਬਾਰ ਸਾਹਿਬ ਤੋਂ ਉੱਤੇ ਸਾਡੇ ਲਈ ਕੋਈ ਮੁਕੱਦਸ ਸਥਾਨ ਹੋ ਸਕਦਾ? ਗੁਰੂ ਰਾਮਦਾਸ ਸਾਹਿਬ ਪਾਤਸ਼ਾਹ, 6ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ, ਤੁਸੀਂ ਦੇਖੋ
ਉਹ ਸਥਾਨ ਸਾਡੇ ਲਈ ਕੀ ਮਹੱਤਤਾ ਰੱਖਦਾ। ਸੋ ਇਹ ਕੋਈ ਆਮ ਗੱਲ ਤਾਂ ਵਾਪਰੀ ਨਹੀਂ ਹੈ, ਇਹ ਗੱਲ ਬੜੀ ਸੀਰੀਅਸ ਆ। ਸਾਰੀ ਕੌਮ ਨੂੰ ਅਸੀਂ ਅੱਜ ਇੱਥੇ ਇਕੱਤਰ ਹੋਏ ਆ। ਮੈਂ ਵੀ ਮਾਫੀ ਮੰਗਦਾ ਵੀ ਲੇਟ ਹੋ ਗਿਆ। ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦਿਆਂ ਦੇ ਦਿਨ ਸ਼ੁਰੂ ਹੋ ਗਏ ਤੇ ਸਾਡੇ 'ਚ ਤਾਂ ਵੈਸੇ ਹੀ ਇਹ ਇੱਕ ਸਾਰੀ ਕੌਮ 'ਚ ਇਹ ਹੁੰਦਾ ਵੀ ਜੋ ਛੋਟੀਆਂ ਜਿੱਦਾਂ ਵੱਡੇ ਸਾਖੇ ਜੋ ਕਰਕੇ ਉਹਨੂੰ ਨਤਮਸਤਕ ਹੁੰਦੇ ਆ, ਸਿਜਦਾ ਵੀ ਕਰਦੇ ਆ, ਪਰ ਇੱਕ ਅੰਦਰ ਸਾਡੇ ਦਰਦ ਵੀ ਪੈਦਾ ਹੋ ਜਾਂਦਾ। ਜੋ ਉਹਨਾਂ ਛੋਟੀਆਂ ਜਿੱਦਾਂ ਨੇ ਉਦੋਂ ਆਪਦਾ ਅਕੀਦਾ ਕਾਇਮ ਰੱਖਿਆ, ਪਰ ਜੋ ਕੁਝ ਹਾਲਾਤਾਂ ਚੋਂ ਲੰਘਣਾ ਪਿਆ, ਅਸੀਂ ਅੱਜ ਇੱਥੇ ਇਸੇ ਗੱਲ ਨੂੰ ਮਹਿਸੂਸ ਕਰਨ ਲਈ ਇੱਥੇ ਸ਼ੁਰੂਆਤ ਹੋਈ ਆ ਉਹਨਾਂ ਦਿਨਾਂ ਦੀ, ਜਦੋਂ ਹਰ ਕੋਈ ਪੰਜਾਬ 'ਚ, ਕੋਈ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਉਹ ਮੰਜਿਆਂ ਤੇ ਨਹੀਂ ਸੌਂਦੇ, ਆਪਦੇ ਬੈੱਡਾਂ ਤੇ ਨਹੀਂ ਸੌਂਦੇ, ਥੱਲੇ ਸੌਂਦੇ। ਕਿਉਂਕਿ ਸਾਡੇ 'ਚ ਉਹ ਜਜ਼ਬਾ, ਉਹ ਦਰਦ ਬਣਿਆ ਰਹੇ। ਇਸੇ ਕਰਕੇ ਸਾਡੇ ਸਿਧਾਂਤਾਂ ਦੀ ਸਾਨੂੰ ਪਰਖ ਰਹੇ, ਉਹਨਾਂ ਦੀ ਸਮਝ ਰਹੇ, ਇਸੇ ਕਰਕੇ। ਸੋ ਅਸੀਂ ਆਪਦੇ ਸਿਧਾਂਤਾਂ ਤੇ ਕੋਈ ਸਮਝੌਤਾ ਨਹੀਂ ਕਰ ਸਕਦੇ। ਹੁਣ ਤਾਂ ਟੂ ਮੱਚ ਹੋ ਗਈ ਨਾ ਗੱਲ, ਇਹ ਤੋਂ ਉੱਤੇ ਕੀ ਹੋ ਜੂਗੀ। ਤਖਤ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ 2 ਮਹੀਨਿਆਂ ਦੀ ਗੱਲ ਆ, ਉਹਨੂੰ ਚੱਕ ਕੇ ਪੁਲਿਸ ਨੂੰ ਫੜਾਤਾ, ਫਿਰ ਕੋਈ ਨਿਆਂ ਨਹੀਂ। ਹਰ ਵਾਰੀ ਪੁਲਿਸ ਨੂੰ ਫੜਾ ਦਿੰਦੇ ਆ, ਪੁਲਿਸ ਇਹ ਕਹਿ ਕੇ ਛੱਡ ਦਿੰਦੀ ਆ ਵੀ ਇਹਦੇ ਦਿਮਾਗ 'ਚ ਫਰਕ ਸੀ। ਹੁਣ ਦਿਮਾਗ 'ਚ ਜਿਹਦੇ ਫਰਕ ਆ ਉਹਨੂੰ ਸਿਰਫ ਗੁਰਦੁਆਰਾ ਸਾਹਿਬ ਹੀ ਦਿਖਦਾ, ਉਹਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਦਿਖਦੇ ਆ। ਸੋ ਗੱਲਾਂ ਸਾਰੀ ਕੌਮ ਨੂੰ ਸਮਝਣੀਆਂ ਪੈਣੀਆਂ। ਅਸੀਂ ਸਾਡੇ 'ਚ ਤਾਂ ਨਿਰਵੈਰ ਤੇ ਨਿਰਭਉ ਦਾ ਸੰਕਲਪ, ਅਸੀਂ ਵੈਰ ਵਿਰੋਧ ਹੀ ਨਹੀਂ ਰੱਖਦੇ ਕਿਸੇ ਨਾਲ, ਪਰ ਸਾਨੂੰ ਤੁਸੀਂ ਸੈਲਫ ਡਿਫੈਂਸ ਵੀ ਨਹੀਂ ਕਰਨ ਦਿੰਦੇ। ਅਸੀਂ ਜੇ ਸੈਲਫ ਡਿਫੈਂਸ ਕਰਦੇ ਆ, ਜਿਹੜਾ ਕਿ ਕਾਨੂੰਨ ਦੇ ਹਿਸਾਬ ਨਾਲ ਵੀ, ਜਿਹੜੀ ਇਹ ਦੁਨੀਆ ਦਾ ਕੋਈ ਵੀ ਕਾਨੂੰਨ ਆ, ਉਹ ਕਹਿੰਦਾ ਸੈਲਫ ਡਿਫੈਂਸ ਕੋਈ ਗੁਨਾਹ ਨਹੀਂ। ਤੇ ਜੇ ਪ੍ਰਤੱਖ ਸਾਡੇ ਗੁਰੂ ਸਾਹਿਬ ਹੀ ਉੱਥੇ ਬੈਠੇ ਆ, ਪ੍ਰਗਟ ਗੁਰਾਂ ਦੀ ਦੇਹ ਆ ਨਾ, ਉਹ ਕੋਈ ਸਿੰਬੋਲਿਕ ਕਿਤਾਬ ਥੋੜੀ ਆ। ਕਿਤਾਬ ਤੇ ਕਿਤਾਬਾਂ ਨੂੰ ਮੱਥੇ ਨਹੀਂ ਟੇਕੇ ਜਾਂਦੇ, ਕਿਤਾਬਾਂ ਤੇ ਸ਼ਹਾਦਤਾਂ ਨਹੀਂ ਦਿੱਤੀਆਂ ਜਾਂਦੀਆਂ। ਜੋ ਇਤਿਹਾਸ ਤੇ ਮਿੱਥ ਸਿਰਜੇ ਜਾਂਦੇ ਆ, ਉਹ ਕਿਤਾਬਾਂ ਤੇ ਨਹੀਂ ਸਿਰਜੇ ਗਏ। ਦੁਨੀਆ 'ਚ ਦੱਸ ਦਿਓ ਜੇ ਕਿਤਾਬਾਂ ਤੇ ਸ਼ਹਾਦਤਾਂ ਤੇ ਮਿੱਥ ਸਿਰਜੇ ਗਏ ਹੋਣ ਤਾਂ। ਸੋ ਸਾਨੂੰ ਤਾਂ ਗੁਰੂ ਦਾ ਹੁਕਮ ਆ, ਔਰ ਇਹ ਸਾਡਾ ਦ੍ਰਿੜ ਨਿਸ਼ਚਾ ਤੇ ਵਿਸ਼ਵਾਸ ਆ। ਹੁਣ ਜੇ ਸਾਡੇ ਗੁਰੂ ਤੇ ਕੋਈ ਚੜ ਕੇ ਆਊਗਾ, ਫਿਰ ਸਾਨੂੰ ਗੁਰੂ ਨੇ ਇਹ ਵੀ ਕਿਹਾ ਵੀ ਦਰ ਤੇ ਆਏ ਨੂੰ ਦੇਗ ਤੇ ਚੜ ਕੇ ਆਏ ਨੂੰ। ਉਹਨਾਂ ਤੇ ਖਾਲਸਾ ਆਪਦੇ ਉਸੇ ਰੂਪ 'ਚ, ਉਸੇ ਕਿਰਦਾਰ 'ਚ ਤੇ ਉਸੇ ਗੈਰਤ ਨਾਲ ਜਿਉਂਦਾ। ਇਹ ਜਦੋਂ ਸਿੰਘੂ ਤੇ ਘਟਨਾ ਹੋਈ ਸੀ, ਸਿੰਘੂ ਤੇ ਵਾਪਰੀ ਸੀ, ਉਦੋਂ ਇਹਨਾਂ ਨੇ ਜਾਤ ਪਾਤ ਦਾ ਮਸਲਾ ਬਣਾ ਲਿਆ ਸੀ। ਇਹਨਾਂ ਨੂੰ ਇਹ ਗੱਲ ਕਹਿ ਦਈਏ ਅਸੀਂ ਵੀ ਅਸੀਂ ਆਇਡੈਂਟੀ ਕਾਰਡ ਤੇ ਆਧਾਰ ਕਾਰਡ ਨਹੀਂ ਚੈੱਕ ਕਰਦੇ, ਵੀ ਕੋਈ ਬੇਅਦਬੀ ਕਰਨ ਆਇਆ ਜੀ, ਪਹਿਲਾਂ ਇਹਦਾ ਆਇਡੈਂਟੀ ਕਾਰਡ ਤੇ ਆਧਾਰ ਕਾਰਡ ਚੈੱਕ ਕਰੋ। ਇਹਦਾ ਫਿਰ ਆਇਡੈਂਟੀ ਕਾਰਡ ਤੇ ਆਧਾਰ ਕਾਰਡ ਜਿਨ੍ਹਾਂ ਨੇ ਸਿਆਸਤ ਕਰਨੀ ਆ ਤੇ ਇਹ ਜਾਤ ਪਾਤ ਦੇ ਮਸਲੇ ਬਣਾਉਣੇ ਆ, ਉਹ ਚੈੱਕ ਕਰ ਲੈਣ। ਸਾਡੇ 'ਚ ਤਾਂ ਕੋਈ ਜਾਤ ਪਾਤ ਹੀ ਨਹੀਂ ਰੱਖੀ ਗੁਰੂ ਨੇ। ਅਸੀਂ ਤਾਂ ਜਿਹੜੀ ਮਨੁੱਖਤਾ, ਇਹ ਸ੍ਰਿਸ਼ਟੀ ਸਾਜੀ ਆ ਪ੍ਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ, ਉੱਥੇ ਸਭ ਨੂੰ ਇੱਕ ਮੰਨਦੇ ਆ। ਉੱਥੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਨਹੀਂ ਸਾਨੂੰ ਸਿਖਾਇਆ ਗੁਰੂ ਨੇ ਵੀ ਕੋਈ ਨੀਵਾਂ ਕੋਈ ਉੱਚਾ। ਸਾਡੇ 'ਚ ਤਾਂ ਊਚ ਨੀਚ ਹੀ ਹੈ ਨਹੀਂ, ਕੋਈ ਵਿਤਕਰੇਬਾਜ਼ ਥੋੜੀ ਆ ਉਹ ਵੀ ਸਾਨੂੰ ਉਹਨਾਂ ਨੇ ਇਹ ਸਿਖਾਇਆ, ਸਾਡੇ ਸਿਧਾਂਤਾਂ ਨੇ ਇਹ ਸਿਖਾਇਆ। ਮਾਨਸ ਕੀ ਜਾਤ ਸਾਡੇ ਲਈ ਤਾਂ ਸਭੇ ਇੱਕੋ ਪਹਿਚਾਣ ਬੋ। ਸੋ ਇੱਕ ਸਮਾਂ ਬੜਾ ਸੈਂਸਿਟਿਵ ਚੱਲ ਰਿਹਾ ਇਹਨਾਂ ਘਟਨਾਵਾਂ ਨੂੰ ਦੇਖਦੇ ਹੋਏ। ਇਹ ਕਿਆਸਾਈਆਂ ਜਾਂ ਇਹ ਅੰਦਾਜ਼ੇ ਵੀ ਨਹੀਂ, ਹੁਣ ਤਾਂ ਇਹ ਅਸੀਂ ਗੱਲ ਹੀ ਸਮਝ ਸਕਦੇ ਹਾਂ। ਬੜਾ ਸੈਂਸਿਟਿਵ ਸਮਾਂ ਚੱਲ ਰਿਹਾ। ਇੱਕ ਪਾਸੇ ਪੰਜਾਬ 'ਚ ਵੋਟਾਂ ਵਾਲਾ ਸਿਲਸਿਲਾ ਸ਼ੁਰੂ ਆ, ਔਰ ਸਾਡੇ ਕੋਲੇ ਕੋਈ ਆਪਦਾ ਸਿਸਟਮ ਹੈ ਨਹੀਂ ਵੀ ਅਸੀਂ ਇਸ ਮਸਲੇ ਦੀ ਜਾਂ ਜਦੋਂ ਵੀ ਕਿਤੇ ਨਿਰਾਦਰ ਕੀਤੀ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉਹਦੀ ਤਹਿ ਤੱਕ ਜਾ ਸਕੀਏ। ਤਹਿ ਤੱਕ ਅਸੀਂ ਅੱਜ ਤੱਕ ਸਰਕਾਰਾਂ ਨੂੰ ਹੀ ਕਿਹਾ ਵੀ ਤੁਸੀਂ ਜਾਓ ਇਸ ਮਸਲਿਆਂ ਦੀ ਤਹਿ ਤੱਕ, ਪਰ ਉਹ ਵੀ ਨਹੀਂ ਤਹਿ ਤੱਕ ਗਏ। ਹਰ ਵਾਰੀ ਅੱਜ ਤੱਕ ਤੁਸੀਂ ਦੇਖੋ, ਅਸੀਂ ਬਰਗਾੜੀ ਤੋਂ ਦੇਖ ਲਈਏ, ਅੱਜ ਤੱਕ ਕੋਈ ਗੱਲ ਸਾਹਮਣੇ ਆਈ ਹੈ? ਇੱਕ ਦੂਜੇ ਤੇ ਦੋਸ਼ ਮੜ ਦਿੰਦੇ ਆ, ਫਿਰ ਬਾਰ-ਬਾਰ
वादे करके भी ऐकती ਤੁਹਾਨੂੰ ਇਨਸਾਫ ਦੇਵਾਂਗੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਦਾ ਜਦੋਂ ਅੰਗ ਖਿਲਾਰੇ ਗਏ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਗਲੀਆਂ 'ਚ ਐਕਟੀ ਇਨਸਾਫ ਦੇਵਾਂਗੇ ਸਾਡੀ ਸਰਕਾਰ ਬਣਾ ਦਿਓ ਕੁਛ ਨਹੀਂ ਹੋਇਆ ਸੋ ਇਹ ਜੋ ਵੀ ਕੁਛ ਵਾਪਰਿਆ ਇਹ ਅਸੀਂ ਕਸੂਰਵਾਰ ਨਹੀਂ ਆ ਕਸੂਰਵਾਰ ਜਿਹੜੇ ਆ ਵਾਅਦੇ ਕਰਕੇ ਸਰਕਾਰਾਂ ਬਣਾਉਂਦੇ ਆ ਉਹ ਆ ਨਿਸ਼ਾਨੇ ਉਹਨਾਂ ਤੇ ਸਾਧੋ ਹੁਣ ਉਹਨਾਂ ਨੂੰ ਕਹੋ ਵੀ ਜੇ ਖਬਰਦਾਰ ਸਾਨੂੰ ਕਸੂਰਵਾਰ ਕਿਹਾ ਤਾਂ ਅਸੀਂ ਤਾਂ 6-7 ਸਾਲ ਹੋ ਗਏ ਤੁਹਾਨੂੰ ਔਰ ਤੁਸੀਂ ਜੇ ਵਾਅਦੇ ਨਾ ਕੀਤੇ ਹੁਣ ਤਾਂ ਵੀ ਗੱਲ ਕਰਿਓ ਜੇ ਤੁਸੀਂ ਇਨਸਾਫ ਸਾਨੂੰ ਜਦੋਂ ਬਰਗਾੜੀ ਘਟਨਾ ਵਾਪਰੀ ਆ ਉਦੋਂ ਹੀ ਦਿੱਤਾ ਹੁੰਦਾ ਤੇ ਅੱਜ ਇਹ ਗੱਲ ਹੀ ਨਹੀਂ ਵਾਪਰਨੀ ਸੀ ਨਾ ਸੋ ਇਹਦਾ ਤੁਹਾਡੀ ਰਿਸਪੌਂਸਿਬਿਲਟੀ ਜਿਹੜੀ ਤੁਸੀਂ ਡਿਊਟੀ ਨਹੀਂ ਸਮਝੀ ਇਹ ਤੁਹਾਡੀ ਰਿਸਪੌਂਸਿਬਿਲਟੀ ਤੇ ਤੁਹਾਡਾ ਡਿਊਟੀ ਦਾ ਫੇਲੀਅਰ ਆ ਇਹ ਸਾਡਾ ਫੇਲੀਅਰ ਨਹੀਂ ਆ ਇੰਨੀਆਂ ਕੁ ਬੇਨਤੀਆਂ ਆਪਾਂ ਕਰਨੀਆਂ ਸੀ ਬਾਕੀ ਜੋ ਇਹ ਇੱਕ ਹਫ਼ਤਾ ਸ਼ੁਰੂ ਹੋ ਗਿਆ ਸਾਡੇ ਲਈ ਇਹ ਜਜ਼ਬਾ ਤੇ ਕੌਮ 'ਚ ਇੱਕ ਦ੍ਰਿੜਤਾ ਭਰਦਾ ਸਾਡੇ ਅਕੀਦੇ ਪ੍ਰਤੀ ਹੋਰ ਸਾਨੂੰ ਜ਼ਿਆਦਾ ਮਜ਼ਬੂਤ ਕਰਦਾ ਅਸੀਂ ਉਹਨਾਂ ਛੋਟੀਆਂ ਜਿੰਨਾ ਵੱਡੇ ਸਾਕੇ ਜਿਨ੍ਹਾਂ ਨੇ ਕਰਤੇ ਸਾਰੀ ਕੌਮ ਨੂੰ ਸੇਧ ਦੇ ਗਏ ਉਹਨਾਂ ਨੂੰ ਆਪਦੇ ਅੰਦਰ ਜਿਉਂਦਾ ਰੱਖੀਏ ਜਿਹੜਾ ਜਜ਼ਬਾ ਜਿਹੜੀ ਛਿਣਕ ਸਾਡੇ ਅੰਦਰ ਲਾਈ ਗਈ ਆ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਸਾਡੇ ਸਿੰਘ ਸ਼ਹੀਦਾਂ ਵੱਲੋਂ ਇਹ ਬੜੀ ਜ਼ਰੂਰੀ ਆ ਆਪਦੇ ਜੜ੍ਹਾਂ ਨਾਲ ਜੁੜ ਕੇ ਰਹਿਣਾ ਆਪਦੀ ਹੋਂਦ ਨੂੰ ਬਚਾ ਕੇ ਰੱਖਣਾ ਕਿਉਂਕਿ ਜੇ ਇੱਥੋਂ ਦੂਰ ਹੋ ਗਏ ਫਿਰ ਸਾਡਾ ਕੁਝ ਨਹੀਂ ਵਟਿਆ ਜਾਣਾ ਉਹ ਇਸ ਕਰਕੇ ਨਹੀਂ ਵਟਿਆ ਜਾਣਾ ਜੇ ਆਪਦੇ ਅੰਦਰੋਂ ਜੇ ਕਲਚਰ ਗਵਾ ਲਾਂਗੇ ਆਪਦਾ ਸੱਭਿਆਚਾਰ ਗਵਾ ਲਾਂਗੇ ਤੇ ਫਿਰ ਜਿੱਥੇ ਜਿੱਥੇ ਵੀ ਕਲਚਰ ਤੇ ਸੱਭਿਆਚਾਰ ਜਾਂ ਹੋਂਦ ਖੁਸ਼ੀ ਆ ਜਿਨ੍ਹਾਂ ਕੌਮਾਂ ਤੋਂ ਉਹਨਾਂ ਕੌਮਾਂ ਦੇ ਬੰਦੇ ਉਸ ਤੋਂ ਬਾਅਦ ਉਹ ਗੈਂਗਸਟਰ ਬਣਦੇ ਆ ਤੇ ਉਹ ਪਛਾਣ ਛੱਡ ਜਾਂਦੇ ਆ ਕਿ ਆਪਦੇ ਇਤਿਹਾਸ ਨੂੰ ਭੁੱਲ ਜਾਂਦੇ ਆ ਕਿ ਆਪਦੀ ਮਾਂ ਬੋਲੀ ਨੂੰ ਭੁੱਲ ਜਾਂਦੇ ਆ ਕਿ ਆਪਦੇ ਜਿਹੜੇ ਸਥਾਨ ਆ ਉਹਨਾਂ ਨੂੰ ਭੁੱਲ ਜਾਂਦੇ ਆ ਸਭ ਕੁਝ ਵਾਪਰਦਾ ਸੋ ਇਹ ਸਭ ਕੁਝ ਤਾਂ ਹੀ ਸਾਡੀ ਮਾਂ ਬੋਲੀ ਸਾਡਾ ਇਤਿਹਾਸ ਸਾਡੇ ਫਲਸਫੇ ਸਾਡੇ ਸਿਧਾਂਤ ਸਾਡੇ ਸਥਾਨ ਗੁਰੂਆਂ ਦੇ ਇਹ ਤਾਂ ਹੀ ਉਹਨਾਂ ਦੀ ਅਜ਼ਮਤ ਇਹ ਤਾਂ ਹੀ ਰਹਿ ਸਕਦੀ ਹੈ ਜੇ ਅਸੀਂ ਆਪਦੀਆਂ ਜੜ੍ਹਾਂ ਨੂੰ ਮਜ਼ਬੂਤ ਰੱਖੀਏ ਇਹਨਾਂ ਜੜ੍ਹਾਂ ਖਾਤਰ ਇਸੇ ਹੋਂਦ ਦੀ ਲੜਾਈ ਖਾਤਰ ਇੱਕ ਕਿਸਾਨੀ ਸੰਘਰਸ਼ ਵੀ ਲੜਿਆ ਗਿਆ ਤੇ ਗੁਰੂ ਨੇ ਜਿੱਤ ਬਖਸ਼ੀ ਹੈ ਤੁਸੀਂ ਸਾਰਿਆਂ ਨੇ ਬੜੇ ਦ੍ਰਿੜਤਾ ਨਾਲ ਹੌਸਲੇ ਨਾਲ ਉਹ ਸੰਘਰਸ਼ ਲੜਿਆ ਬੜਾ ਕੁਛ ਆਪਾਂ ਸਿਹਾ ਇਲਜ਼ਾਮ ਵੀ ਲੱਗੇ ਜੇਲਾਂ ਵੀ ਕੱਟੀਆਂ ਪਰ ਫਿਰ ਵੀ ਗੁਰੂ ਨੇ ਜਿੱਤ ਬਖਸ਼ੀ ਤੇ ਖਾਲਸਾ ਪੰਥ ਦੀ ਜਿੱਤ ਹੋਈ ਆ ਬੜੇ ਬੰਦੇ ਰਾਸ਼ਟਰਵਾਦੀ ਬਣੇ 26 ਜਨਵਰੀ ਨੂੰ ਜੋ ਕੁਛ ਹੋਇਆ ਅਸੀਂ ਸਾਰਿਆਂ ਨੇ ਦੇਖਿਆ ਵੀ ਨਿਸ਼ਾਨ ਸਾਹਿਬ ਲਾ ਦੋ ਨਿਹੰਗ ਸਿੰਘ ਫੌਜਾਂ ਚਲੀਆਂ ਜਾਣ ਹੁਣ ਸਭ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਆ ਤੇ ਜੇ ਨਤਮਸਤਕ ਹੁੰਦੇ ਆ ਦਰਬਾਰ ਸਾਹਿਬ ਜਾ ਕੇ ਅੱਜ ਉਹ ਸਾਰੇ ਬੰਦਿਆਂ ਨੂੰ ਵੀ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਹੁਣ ਇੱਕ ਆਵਾਜ਼ ਬੁਲੰਦ ਕਰੋ ਵੀ ਜੋ ਅਸੀਂ ਕੀਤਾ ਸਹੀ ਕੀਤਾ ਫੇਰ ਹੀ ਤੁਹਾਡਾ ਅਸੀਂ ਮੰਨਾਂਗੇ ਵੀ ਤੁਸੀਂ ਵਾਕਈ ਉੱਥੇ ਜਾ ਕੇ ਦਿਲੋਂ ਨਤਮਸਤਕ ਹੋਏ ਹੋ ਸਤਿ ਸ੍ਰੀ ਅਕਾਲ ਜੇ ਤੁਸੀਂ ਕੋਈ ਸਿਆਸਤ ਜਾਂ ਪੋਜੀਸ਼ਨਾਂ ਨੂੰ ਆਪਦੀਆਂ ਬਣਾਉਣ ਖਾਤਰ ਨਤਮਸਤਕ ਹੋਏ ਹੋ ਵੀ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਕਾਨੂੰਨ ਕੈਂਸਲ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਤੇ ਉਹਨਾਂ ਨੇ ਮੰਗਾਂ ਮੰਨ ਲੀਆਂ ਤੇ ਹੁਣ ਸਾਰੀ ਗੱਲ ਹੀ ਸਿੱਖਾਂ ਦੀ ਹੋ ਰਹੀ ਆ ਤੇ ਇੱਧਰ ਨੂੰ ਆਪਾਂ ਵੀ ਤੁਰ ਪਓ ਜਿੱਧਰ ਦੀ ਹਵਾ ਵਗਦੀ ਆ ਉਧਰ ਨੂੰ ਲੋਕ ਤੁਰਨ ਲੱਗ ਪੈਂਦੇ ਆ ਇਹ ਆਮ ਤੌਰ ਤੇ ਇੱਕ ਮਾਨਸਿਕਤਾ ਬਣ ਗਈ ਇੱਕ ਮੈਂਟੈਲਿਟੀ ਬਣ ਗਈ ਪਰ ਜਿਹੜੇ ਬੰਦੇ ਸਿਧਾਂਤ ਤੇ ਖਰੇ ਆ ਨਾ ਉਹ ਚਾਹੇ ਹਵਾ ਇੱਧਰ ਦੀ ਵਗਦੀ ਰਹੇ ਉਹ ਵੀ ਡੱਕਣਗੇ ਉਹ ਵਹਿਣਾਂ ਦੇ ਉਲਟ ਵਹਿਣਗੇ ਕਿਉਂਕਿ ਪਤਾ ਸਿਧਾਂਤ ਤੇ ਜੇ ਖੜੇ ਰਹੇ ਤੇ ਇਹ ਵਹਿਣ ਵੀ ਸਾਡੇ ਵੱਲ ਵਹਿਣ ਲੱਗ ਜਾਣੇ ਆ ਉਹੀ ਗੱਲ ਹੋਈ 26 ਤਰੀਕ ਨੂੰ ਸਾਰੀ ਕਾਇਨਾਤ ਉਲਟ ਤੇ 26 ਤੋਂ ਬਾਅਦ ਹੌਲੀ ਹੌਲੀ ਉਹ ਸਾਰੇ ਬੰਦੇ ਇਹ ਕਹਿਣ ਲੱਗੇ ਵੀ 26 ਨੂੰ ਤਾਂ ਕੁਝ ਗਲਤ ਹੋਇਆ ਹੀ ਨਹੀਂ ਸੋ ਆਪਾਂ 26 ਨੂੰ ਜਸਟੀਫਾਈ ਨਹੀਂ ਕਰ ਰਹੇ ਪਰ ਸਿਧਾਂਤ ਨੂੰ ਜਸਟੀਫਾਈ ਕਰ ਰਹੇ ਸੋ ਇਸ ਕਰਕੇ ਆਪਦੀ ਪਛਾਣ ਆਪਦੀ ਹੋਂਦ ਨੂੰ ਵੀ ਕਾਇਮ ਰੱਖੋ ਗੁਰੂ ਤੋਂ ਦੂਰ ਨਹੀਂ ਹੋ ਸਕਦੇ ਮੈਂ ਤਾਂ ਆਪ ਬੜਾ ਦੂਰ ਆ ਉਹ ਪਛਾਣ ਵੀ ਗਵਾਈ ਫਿਰਦਾ ਤੇ ਇਹ ਜਿਹੜੀ ਪਛਾਣ ਆ ਜਾਂ ਸਿੱਖੀ ਆ ਇਹ ਇੰਨੀ ਸਸਤੀ ਤੇ ਸੌਖੀ ਵੀ ਨਹੀਂ ਮਿਲਦੀ ਇਹ ਤਾਂ ਬਖਸ਼ ਆ ਸਾਨੂੰ ਵੀ ਕੰਪਲੈਕਸ ਸਾਡੇ 'ਚ ਖੜਾ ਕਰਤਾ ਅਸੀਂ ਆਪਦੀ ਪਛਾਣ ਨੂੰ ਵੀ ਆਏ ਦੇਖਣ ਲੱਗ ਗਏ ਵੀ ਨਹੀਂ ਅੱਜ ਕੱਲ ਨਵੇਂ ਜ਼ਮਾਨੇ ਦੇ ਹਿਸਾਬ ਨਾਲ
ਵੀ ਚਲੋ ਵਾਲ ਵੀ ਕਟਾ ਲਓ, ਰੋਡੇ ਘੋਡੇ ਹੋ ਜਾਓ। ਮੈਂ ਕੋਈ ਸਿੱਖ ਪੰਥ ਨੂੰ ਦਾ ਰਿਪਰੈਜ਼ੈਂਟ ਨਹੀਂ ਕਰਦਾ, ਪਰ ਇਹ ਜ਼ਰੂਰ ਆ ਵੀ ਮੇਰੇ 'ਚ ਪੰਥਕ ਜਜ਼ਬਾ ਹੈਗਾ। ਉਹ ਪੰਥਕ ਜਜ਼ਬੇ ਨੂੰ ਆਪਦੇ ਅੰਦਰ ਰੱਖ ਕੇ ਗੁਰੂ ਨੂੰ ਅਰਦਾਸ ਕਰ ਸਕਦੇ ਆ ਵੀ ਜਿੱਦੇ ਉਹ ਬਖਸ਼ ਕਰੂਗਾ ਉਦੋਂ ਹੀ ਬਖਸ਼ ਕਰੂਗਾ, ਜਦੋਂ ਮੇਰੀਆਂ ਵੀ ਕਮੀਆਂ ਦੂਰ ਹੋਣਗੀਆਂ। ਜਾਂ ਜਿਸ ਤਰ੍ਹਾਂ ਉਹਨੇ ਸੇਵਾ ਲੈਣੀ ਆ, ਜਿਵੇਂ ਹੁਕਮ ਲਾਇਆ, ਉਹ ਉਨੀ ਕੁ ਸੇਵਾ ਉਹ ਮੇਰੀ ਸਮਰੱਥਾ ਦੇ ਹਿਸਾਬ ਨਾਲ ਉਹਨੇ ਲੈ ਲੈਣੀ ਆ। ਇੰਨੀਆਂ ਕੁ ਬੇਨਤੀਆਂ ਮੈਂ ਕਰਨੀਆਂ ਸੀ। ਤੇ ਜਿਉਂਦੇ ਵਾਸਤੇ ਰਹੋ। ਅਕਾਲ ਪੁਰਖ ਵਾਹਿਗੁਰੂ ਗੁਰੂ ਸਾਹਿਬ ਤੁਹਾਨੂੰ ਤੰਦਰੁਸਤੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।